उड़ीका 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 तेरे आउणियां 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 उड़ी। मैं अनीता पाल लेके हाजिर हाँ आप जी ਦਾ ਪਸੰਦੀਦਾ ਪ੍ਰੋਗਰਾਮ ਉਡੀਕਾਂ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਅਸੀਂ ਹਮੇਸ਼ਾ ਹੀ ਨਵੇਂ ਚਿਹਰੇ ਦੇ ਨਾਲ ਰੂਬਰੂ ਹੁੰਦੇ ਹਾਂ ਤੇ ਅੱਜ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਦੇ ਵਿਹੜੇ ਵਿੱਚ ਪਹੁੰਚੇ ਹਨ ਪ੍ਰਸਿੱਧ ਕਵੀ ਉਸਤਾਦ ਸ਼ੌਕਤ ਤਡਵਾੜਵੀ ਜੀ ਦੇ ਬੇਟੇ ਦਿਲਬਹਾਰ ਸ਼ੌਕਤ ਜੀ ਜੋ ਕਿ ਇੱਕ ਪੰਜਾਬੀ ਕਵੀ ਪੰਜਾਬੀ ਗਾਇਕਾਂ ਨੂੰ ਪ੍ਰਮੋਟ ਕਰਨ ਵਾਲੇ ਰਾਈਟਰ ਪ੍ਰੋਡਿਊਸਰ ਤੇ ਸੁਪਰ ਸੰਗੀਤ 뮤직 ਕੰਪਨੀ ਦੇ ਮਾਲਕ ਹਨ। ਉਡੀਕਾਂ ਦੀ ਘੜੀਆਂ ਖਤਮ ਕਰਦੇ ਹੋਏ ਚਲੋ ਜੀ ਮੁਲਾਕਾਤ ਕਰਦੇ ਹਾਂ ਦਿਲਬਹਾਰ ਸ਼ੌਕਤ ਜੀ ਨਾਲ। ਦਿਲਬਹਾਰ ਸ਼ੌਕਤ ਜੀ ਤੁਹਾਡਾ ਸਾਡੇ ਪ੍ਰੋਗਰਾਮ ਉਡੀਕਾਂ ਵਿੱਚ ਆਉਣ ਲਈ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਸੋ ਉਡੀਕਾਂ ਪ੍ਰੋਗਰਾਮ ਦੀ ਪੂਰੀ ਮੈਨੇਜਮੈਂਟ ਟੀਮ ਦਾ ਮੈਂ ਬੜਾ ਧੰਨਵਾਦੀ ਹਾਂ ਜੋ ਜਿਨ੍ਹਾਂ ਨੇ ਅੱਜ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਕਰਵਾਇਆ ਹੈ। ਹਾਂਜੀ ਸ਼ੌਕਤ ਜੀ ਤੁਸੀਂ ਆਪਣੇ ਬਾਰੇ ਤੇ ਆਪਣੇ ਪਰਿਵਾਰ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਜਾਣਕਾਰੀ ਸਾਂਝੀ ਕਰੋ ਜੀ। ਦੇਖੋ ਜੀ ਮੇਰਾ ਪਿੰਡ ਟੰਡਵਾੜ ਜਲੰਧਰ ਜ਼ਿਲ੍ਹੇ ਦਾ ਬੜਾ ਫੇਮਸ ਪਿੰਡ ਹੈ ਜੀ ਤੇ ਉਸਤਾਦ ਸ਼ੌਕਤ ਟੰਡਵਾੜਵੀ ਸਾਹਿਬ ਮੇਰੇ ਫਾਦਰ ਸਾਹਿਬ ਹਾਂਜੀ ਉਹ ਜੋ ਤਾਂ ਬਹੁਤ ਹੀ ਫੇਮਸ ਨੇ ਜੀ ਜੋ ਪੰਜਾਬੀ ਗਜ਼ਲ ਦੇ ਵਿੱਚ ਬਹੁਤ ਵੱਡਾ ਮਕਾਮ ਹੈ ਜੀ। ਹਾਂਜੀ ਸੋ ਮੇਰੇ ਮਾਤਾ ਜੀ ਸ਼੍ਰੀਮਤੀ ਸ਼ਰੀਫਾ ਜੀ ਪਲੱਸ ਮੇਰੇ ਇੱਕ ਵੱਡੇ ਦੀਦੀ ਆ ਤੇ ਸਾਡਾ ਜੁਆਇੰਟ ਪਰਿਵਾਰ ਹੈ ਜੀ। ਅੱਛਾ ਬਹੁਤ ਖੁਸ਼ੀ ਦੀ ਗੱਲ ਹੈ ਜੀ। Thank you. ਹਾਂਜੀ। ਤੁਸੀਂ ਆਪਣੇ ਸਕੂਲ ਬਾਰੇ ਆਪਣੀ ਸਟੱਡੀ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਦੱਸੋ ਜੀ। ਦੇਖੋ ਜੀ ਮੇਰੀ ਜਿਹੜੀ 10th ਦੀ ਐਜੂਕੇਸ਼ਨ ਹੈ ਉਹ ਮੇਰੇ ਪਿੰਡ ਤੋਂ ਸੀਗੀ ਸਰਕਾਰੀ ਹਾਈ ਸਕੂਲ ਪਿੰਡ ਟੰਡਵਾੜ ਤੋਂ ਤੇ ਫਿਰ ਜਿਹੜੀ ਮਤਲਬ ਗ੍ਰੈਜੂਏਸ਼ਨ ਹੈ ਉਹ ਸਾਰੀ ਫਗਵਾੜੇ ਤੋਂ। ਹਾਂਜੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਆਪਣੀ 뮤직 ਕੰਪਨੀ ਹੈ ਜਿਸ ਤਰ੍ਹਾਂ ਮੇਰੀ 뮤직 ਕੰਪਨੀ ਸੁਪਰ ਸੰਗੀਤ 뮤직 ਹਾਂਜੀ। ਕੰਪਨੀ ਹੈ ਉਹਦੇ ਵਿੱਚ ਬੜੇ ਨਾਮੀ ਕਲਾਕਾਰਾਂ ਨੂੰ ਜੀ ਮੈਂ ਹੁਣ ਤੱਕ ਮਤਲਬ ਗਵਾਇਆ ਤੇ ਪ੍ਰਮੋਟ ਕੀਤਾ ਹੈ। ਅੱਛਾ ਜੀ ਤੇ ਜ਼ਿਲ੍ਹਾ ਸਭ ਦੇ ਤੋਂ ਪਹਿਲਾਂ ਤੁਸੀਂ ਕਿਹੜਾ ਗੀਤ ਰਿਕਾਰਡ ਕੀਤਾ ਸੀਗਾ ਜੀ। ਸਭ ਤੋਂ ਪਹਿਲਾਂ ਅਸੀਂ ਇੱਕ ਡਿਊਟ ਕੀਤਾ ਸੀ ਜੀ ਬਬਲਾ ਡਮੇਲੀ ਤੇ ਮਿਸ ਪੂਜਾ ਤੇ ਜਿੰਦ ਮੇਰੀ ਇਹ ਅੱਛਾ ਜੀ। ਤਕਰੀਬਨ 2002 ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਸੁਦੇਸ਼ ਕੁਮਾਰੀ ਜੀ ਦਾ ਤੇ ਦਲਜੀਤ ਰਾਣਾ ਇਹ ਵੀ ਡਿਊਟ ਸੀ ਤੇ ਫਿਰ ਅਲੱਗ-ਅਲੱਗ ਸੋਲੋ ਤੇ ਇੱਕ ਅਸੀਂ ਵੱਡੇ ਪਰਦੇ ਦੀ ਮੂਵੀ ਕੀਤੀ ਸੀ ਪੁੰਨਿਆ ਦੀ ਰਾਤ ਉਹਦੇ ਵਿੱਚ ਲਗਭਗ ਜਿੰਨਾ ਵਰਕ ਸੀ ਆਡੀਓ ਦਾ ਉਹ ਸਾਰਾ ਤਕਰੀਬਨ 뮤직 ਦਾ ਸੀ ਤੁਹਾਡੀ ਕੰਪਨੀ ਤੋਂ ਹਾਂਜੀ ਹੀ? ਉਹ ਸਾਡੇ ਸਾਰਾ ਆਪਣਾ ਕੀਤਾ ਹੋਇਆ ਸੀਗਾ ਅੱਛਾ। ਤੇ ਜਿਨ੍ਹਾਂ ਦੇ ਵਿੱਚ ਫਿਰੋਜ਼ ਖਾਨ ਜੀ ਤੇ ਬਹੁਤ ਫੇਮਸ ਮਾਸਟਰ ਸਿੰਗਰ ਸਲੀਮ ਜੀ ਓਕੇ ਔਰ ਰੋਮੀ ਗਿੱਲ ਜੀ ਤੇ ਹੋਰ ਕਈ ਚਿਹਰੇ ਸੀ ਜਿਹੜੇ ਮੈਂ ਉਦੋਂ ਰਿਕਾਰਡ ਕੀਤੇ ਜੀ। ਅੱਛਾ ਜੀ ਜੈਸੇ ਤੁਸੀਂ ਕਵੀ ਹੋ ਜਿਸ ਤਰ੍ਹਾਂ ਕਹਿੰਦੇ ਹੋ ਕਿ ਤੁਸੀਂ ਪਹਿਲਾ ਜਿਹੜਾ ਕਵਿਤਾ ਜਾਂ ਗਜ਼ਲ ਕਿਹੜੀ ਲਿਖੀ ਹੈ ਤੁਸੀਂ। ਦੇਖੋ ਜੀ ਜਦੋਂ ਮੈਂ ਸਟੱਡੀ ਕਰਦਾ ਸੀ ਤੇ ਉਦੋਂ ਸਾਡੇ ਮਤਲਬ ਉਸ ਕਾਲਜ ਦੇ ਵਿੱਚ ਇੱਕ ਫੈਸਟੀਵਲ ਹੋਇਆ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਜੋ ਮੈਂ ਲਿਖਿਆ ਸੀ ਜੇ ਤਵੱਜੋ ਚਾਹੋ ਤਾਂ ਮੈਂ ਤੁਹਾਡੀ ਜੀ ਨਜ਼ਰ ਜ਼ਰੂਰ ਕਰਦਾ ਜੀ ਸਕੂਲ ਟਾਈਮ ਤੋਂ ਕਾਲਜ ਟਾਈਮ ਤੋਂ ਹੀ ਜੀ ਜੀ ਓਕੇ ਜੀ। ਉਹ ਸੀ ਕਿ ਜਿਹੜੇ ਮੰਦਰਾਂ ਮਸੀਤਾਂ ਦੇ ਫਜ਼ੂਲ ਹੁੰਦੇ ਨੇ ਜਿਹੜੇ ਮੰਦਰਾਂ ਮਸੀਤਾਂ ਦੇ ਫਜ਼ੂਲ ਹੁੰਦੇ ਨੇ ਥਾ ਪੂਜਾ ਦੀ ਤਾਂ ਅਸਲੀ ਸਕੂਲ ਹੁੰਦੇ ਨੇ ਸਕੂਲ ਹੁੰਦੇ ਨੇ ਵਾਹ ਜੀ ਥਾ ਪੂਜਾ ਦੀ ਤਾਂ ਅਸਲੀ ਸਕੂਲ ਹੁੰਦੇ ਨੇ ਬੰਦੇ ਦੁਨੀਆ ਤੇ ਹੁੰਦੇ ਉਹੀ ਕਾਮਯਾਬ ਬੰਦੇ ਦੁਨੀਆ ਤੇ ਹੁੰਦੇ ਉਹੀ ਕਾਮਯਾਬ ਪੱਕੇ ਜੰਨਾਂ ਦੇ ਇਰਾਦੇ ਤੇ ਅਸੂਲ ਹੁੰਦੇ ਨੇ ਪੱਕੇ ਪੱਕੇ ਜੰਨਾਂ ਦੇ ਇਰਾਦੇ ਤੇ ਅਸੂਲ ਹੁੰਦੇ ਨੇ ਹੋਵੇ ਲਫ਼ਜ਼ਾਂ ਚ ਦਮ ਜੋ ਸ਼ਾਇਰੀ ਨੂੰ ਨਿਖਾਰ ਦੇ ਹੋਵੇ ਲਫ਼ਜ਼ਾਂ ਚ ਦਮ ਜੋ ਸ਼ਾਇਰੀ ਨੂੰ ਨਿਖਾਰ ਦੇ ਸ਼ੌਕਤ ਜਾਂ ਸ਼ਾਇਰ ਤਾਂ ਹੀ ਮਕਬੂਲ ਹੁੰਦੇ ਨੇ ਸ਼ੌਕਤ ਜਾਂ ਸ਼ਾਇਰ ਤਾਂ ਹੀ ਮਕਬੂਲ ਹੁੰਦੇ ਨੇ। ਵਾਹ ਜੀ ਬਹੁਤ ਖੂਬ ਥੈਂਕ ਜੀ। ਯੂ ਥੈਂਕ ਯੂ। ਹਾਂਜੀ ਸ਼ੌਕਤ ਜੀ ਤੁਸੀਂ ਸੰਪਾਦਨ ਦਾ ਵੀ ਕੰਮ ਕਰਦੇ ਹੋ। ਦੇਖੋ ਜੀ ਮੈਂ ਆਪਣੇ ਫਾਦਰ ਸਾਹਿਬ ਦੀ ਇਹ ਬੁੱਕ ਉਹ ਮੈਂ ਆਪ ਸੰਪਾਦਨ ਕਰ ਰਿਹਾ ਜੀ ਰਾਜੀ ਖੁਸ਼ੀ। ਫਾਦਰ ਸਾਹਿਬ ਦਾ ਜਿੰਨਾ ਵੀ ਮਤਲਬ ਕਲਾਮ ਹੈ ਜਿੰਨੀਆਂ ਰਚਨਾਵਾਂ ਆ ਉਹ ਸਾਰੀਆਂ ਉਹਦੇ ਵਿੱਚ ਮੈਂਸ਼ਨ ਹੈ। ਇੱਕ ਉਹਨਾਂ ਦੀ ਪਹਿਲਾ ਬੁੱਕ ਆਈ ਸੀਗੀ ਦੁਆ ਸਲਾਮ ਔਰ ਰਾਜੀ ਖੁਸ਼ੀ ਇਹਨਾਂ ਦੋਨਾਂ ਨੂੰ ਮੈਂ ਇਕੱਠਾ ਕਰ ਰਿਹਾ ਜੀ। ਅੱਛਾ ਜੀ ਤੇ ਇਹ ਬੜੀ ਜਲਦੀ ਮਤਲਬ ਮੈਂ ਸਰੋਤਿਆਂ ਦੇ ਰੂਬਰੂ ਕਰੂੰਗਾ ਜੀ। ਹਾਂਜੀ। ਅਸੀਂ ਉਮੀਦ ਕਰਦੇ ਹਾਂ ਕਿ ਸਰੋਤਿਆਂ ਨੂੰ ਤੁਹਾਡਾ ਇਹ ਸੰਪਾਦਕੀ ਜਿਹੜਾ ਕੰਮ ਹੈ ਬਹੁਤ ਪਸੰਦ ਆਏਗਾ। ਧੰਨਵਾਦ। ਤੁਹਾਡਾ ਇਸ ਲੇਖਨ ਕਲਾ ਦੇ ਸਫ਼ਰ ਦੇ ਵਿੱਚ ਕੋਈ ਇਹੋ ਜਿਹਾ ਪਲ ਜਿਹੜਾ ਤੁਹਾਨੂੰ ਕਦੀ ਭੁਲਾਇਆ ਨਹੀਂ ਭੁੱਲਦਾ
ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋਗੇ? ਦੇਖੋ ਜੀ, ਮੈਂ ਨਾ ਬਾਬਾ ਮਹਾਰਾਜ ਸ਼ਾਹ ਜੀ ਦੇ ਅਕਸਰ ਜਾਣਾ ਉਹਨਾਂ ਨਕੋਦਰ, ਤੇ ਮੇਰੀ ਇੱਕ ਦਿਲੀ ਇੱਛਾ ਸੀ ਕਿ ਮੈਂ ਮਾਨ ਸਾਹਿਬ ਉਹਨਾਂ ਨੂੰ ਮਿਲਾਂ ਜੀ, ਉਹਨਾਂ ਨੂੰ ਲਾਈਵ ਉਹਨਾਂ ਦੇ ਦਰਸ਼ਨ ਕਰਾਂ। ਉਹ ਜਦੋਂ ਮੈਂ ਬਾਬਾ ਮਹਾਰਾਜ ਸ਼ਾਹ ਜੀ ਤੋਂ ਮਤਲਬ ਇੱਕ ਵੀਰਵਾਰ ਨੂੰ ਵਾਪਸ ਬਾਹਰ ਨਿਕਲਣ ਲੱਗਾ ਤਾਂ ਉਹਨਾਂ ਨੇ ਐਂਟਰੀ ਕੀਤੀ ਸੀ, ਤੇ ਮੇਰੀ ਇੱਛਾ ਹੋਈ ਕਿ ਹਾਂ ਯਾਰ ਮੈਂ ਇਹਨਾਂ ਨੂੰ ਜ਼ਰੂਰ ਮਿਲ ਕੇ ਜਾਵਾਂ। ਤੇ ਇੱਕ ਬੇਵਕਤ ਦੀ ਸ਼ਾਇਰੀ ਸੀ ਜਿਹੜੀ ਮਤਲਬ कोई दुआ सलाम नहीं, कोई कुछ नहीं, जो उन्होंने मैं एक अर्ज किया शेर कि आपके पाँव के नीचे जो खाक सी लगी रहती है, आपके पाँव के नीचे जो खाक सी लगी रहती है, यार गौर से देखो कहीं वो मैं तो नहीं। मान साहब ने मैंने गल पकड़ी पाले जी, ते वो कहते बेटे भी जां तां मेरे नाल चलो अंदर, जां तुसीं 15 मिनट इत्थे रुको, मैं सलाम करके अंदरों आया। फिर जो जदों वापस आए ते फिर वो मैनूं ऑफिस दे विच ले गया, तकरीबन 1.5 घंटा मैं उन्हां दे नाल बैठा, ਤੇ ਉਹ ਪਲ ਮੇਰੇ ਲਈ ਬਹੁਤ ਅਹਿਮ, ਬੜੇ ਇੰਪੋਰਟੈਂਟ ਸੀ। ਅੱਛਾ ਜੀ। ਸ਼ੌਕਤ ਜੀ, ਤੁਹਾਡੇ ਆਈਡਲ ਕੌਣ ਨੇ? ਮੇਰੇ ਆਈਡਲ ਮੇਰੇ ਫਾਦਰ ਸਾਹਿਬ ਜੀ, ਤੋਂ ਜਿਨ੍ਹਾਂ ਨੂੰ ਮੈਂ ਮਤਲਬ ਉਹਨਾਂ ਦੀ ਪੋਇਟ ਨੂੰ ਬਹੁਤ ਸਰਚ ਕੀਤਾ ਬੜੀ ਬਰੀਕੀ ਨਾਲ, ਤੇ ਪਲੱਸ ਉਹਨਾਂ ਨੇ ਜਿੰਨਾ ਵੀ ਲਿਖਿਆ ਉਹ ਸਾਰਾ ਕੁਝ ਉਹਨਾਂ ਦੀ ਬੁੱਕ ਦੇ ਉੱਪਰ ਮੈਂ ਹੀ ਮਤਲਬ ਰਾਈਟ ਕਰਦਾ ਹੁੰਦਾ ਸੀ। ਉਸ ਤੋਂ ਸੁਰਜੀਤ ਪਾਤਰ ਸਾਹਿਬ ਹੁਣੀ ਮੇਰੇ ਆਈਡਲ ਹੈ ਜੀ, ਗੁਰਦਿਆਲ ਰੋਸ਼ਨ ਜੀ। ਅੱਛਾ ਜੀ। ਤੁਸੀਂ ਗੀਤਾਂ ਨੂੰ ਜਦੋਂ ਪ੍ਰਮੋਟ ਕਰਦੇ ਹੋ, ਤੁਹਾਡੇ ਸਹਿਯੋਗੀ ਤੁਹਾਡੇ ਨਾਲ ਕੋਈ ਸਾਥ ਦਿੰਦਾ ਹੈ ਜਾਂ ਇਕੱਲੇ ਹੀ ਪ੍ਰਮੋਟ ਕਰ ਲੈਂਦੇ ਆਪਾਂ? ਦੇਖੋ ਜੀ, ਇਹਦੇ ਵਿੱਚ ਸਾਡੀ ਪੂਰੀ ਟੀਮ ਹੈ ਜੀ, ਸੁਪਰ ਸੰਗੀਤ ਮਿਊਜ਼ਿਕ ਕੰਪਨੀ ਹੈ ਜੀ, ਉਹਦੇ ਵਿੱਚ ਮੇਰੇ ਕਾਫੀ ਮੇਰੇ ਸਾਥੀ ਆ, ਤੇ ਜਿਨ੍ਹਾਂ ਦੇ ਵਿੱਚ ਮੇਰੇ ਬਿਗ ਬ੍ਰਦਰ ਮਿਊਜ਼ਿਕ ਡਾਇਰੈਕਟਰ ਹੈ ਜੀ ਵਿਜੇ ਸ਼ੌਕਤ ਜੀ, ਤੇ ਮੁਖਤਿਆਰ ਸ਼ੌਕਤ ਜੀ, ਤੇ ਹੋਰ ਮੇਰੇ ਕਈ ਸਾਥੀ ਹੈ ਜੀ, ਮਤਲਬ ਜੋ ਫਿਰ ਤਾਂ ਪੂਰੀ ਫੈਮਿਲੀ ਹੀ ਆਪਣੇ ਸਾਹਿਤ ਦੇ ਨਾਲ ਜੁੜੀ ਹੋਈ ਹੈ ਜੀ, ਰਗਾ ਰਗਾ ਵਿੱਚ ਵਸਿਆ ਹੋਇਆ ਆਪਣੇ ਸਾਹਿਤ। ਜੀ 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 ਜੀ। ਹਾਂਜੀ। ਤੁਹਾਡੀ ਮਤਲਬ ਕਿਹੜੇ ਕਿਹੜੇ ਕਲਾਕਾਰ ਸੀ ਜਿਹੜੇ ਜਿਨ੍ਹਾਂ ਨਾਲ ਤੁਸੀਂ ਕੰਮ ਕਰਦੇ ਰਹੇ ਹੋ? ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੀ, ਜਿਨ੍ਹਾਂ ਦੇ ਵਿੱਚ ਫਰੋਜ਼ ਖਾਨ ਜੀ ਆ, ਔਰ ਮਨਮੀਤ ਮੇਵੀ, ਮਕਬੂਲ ਭਾਜੀ, ਤੇ ਇਸ ਫੀਲਡ ਦੇ ਵਿੱਚ ਵੈਸੇ ਸਾਨੂੰ ਲੈ ਕੇ ਆਉਣ ਵਾਲੇ ਮਕਬੂਲ ਭਾਜੀ ਹੋਣੀ ਆ। ਅੱਛਾ। ਤੇ ਕਾਫੀ ਮਤਲਬ ਉਹਨਾਂ ਦਾ ਇਸ ਫੀਲਡ ਦੇ ਵਿੱਚ ਸਾਡੇ ਲਈ ਸਹਿਯੋਗ ਆ। ਅੱਛਾ ਜੀ। ਤੇ ਤੁਸੀਂ ਜਿਹੜੀ ਫਿਲਮ ਕੀਤੀ ਹੈ ਉਸ ਫਿਲਮ ਦੇ ਬਾਰੇ ਕੁਝ ਦੱਸੋ। ਪੁੰਨਿਆ ਦੀ ਰਾਤ ਫਿਲਮ ਸੀ। ਹਾਂਜੀ। ਤੇ ਉਹਦੇ ਵਿੱਚ ਜਿੰਨਾ ਆਡੀਓ ਦਾ ਕੰਮ ਸੀ, ਮਤਲਬ 뮤직 ਦਾ ਕੰਮ ਸੀ, ਉਹ ਸਾਰਾ ਸਾਡਾ ਕੀਤਾ ਹੋਇਆ ਸੀ। ਅੱਛਾ ਜੀ। ਤੁਹਾਨੂੰ ਇਸ ਬੁਲੰਦੀ ਤੇ ਪਹੁੰਚ ਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਵੀ ਇੰਨੇ ਦਰਸ਼ਕ ਨੇ, ਇੰਨਾ ਮਾਣ ਪਿਆਰ ਮਿਲਦਾ ਆਪਾਂ ਨੂੰ, ਤੇ ਆਪਾਂ ਦਰਸ਼ਕਾਂ ਨੂੰ ਉਹਦੇ ਬਾਰੇ ਕੁਝ ਦੱਸੋ। ਵੈਸੇ ਤਾਂ ਹਲੇ ਬੁਲੰਦੀਆਂ ਬੜੀਆਂ ਸਰ ਕਰਨ ਵਾਲੀਆਂ ਆ, ਤੇ ਸਭ ਤੋਂ ਇਹ ਹੈ ਕਿ ਮੇਰੇ ਲਈ ਜੋ ਖੁਸ਼ੀ ਦਾ ਪਲ ਆ ਉਹ ਵੀ ਜਿਸ ਦਿਨ ਮੈਨੂੰ ਕੈਪਟਨ ਸਾਹਿਬ ਤੋਂ ਸਨਮਾਨ ਮਿਲਿਆ ਜੀ, ਗੁਰੂ ਨਾਨਕ ਮਹਾਰਾਜ ਦੇ 550 ਸਾਲਾਂ ਤੇ ਜਨਮ ਦਿਹਾੜੇ ਤੇ ਉਹ ਵੀ ਮੇਰੇ ਲਈ ਬਹੁਤ ਹੀ ਬੜਾ ਅਹਿਮ ਸੀ, ਬੜਾ ਮੇਨ ਰੱਖਦੇ। ਅੱਛਾ ਜੀ। ਦਿਲਬਹਾਰ ਜੀ, ਤੁਸੀਂ ਹੁਣ ਤੱਕ ਕਿਹੜੇ ਕਿਹੜੇ ਸ਼ਾਇਰਾਂ ਨੂੰ ਪ੍ਰਮੋਟ ਕੀਤਾ ਹੈ? ਦੇਖੋ ਜੀ, ਮੈਂ ਲਗਭਗ ਹੁਣ ਤੱਕ ਪੰਜਾਬ ਦੇ ਬਹੁਤ ਸਾਰੇ ਸਰਮੋਰ ਸ਼ਾਇਰਾਂ ਦੀਆਂ ਮਤਲਬ ਗਜ਼ਲਾਂ ਨੂੰ ਆਪਣੇ 뮤직 ਦੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਇਆ। ਸੋ ਜਿਨ੍ਹਾਂ ਦੇ ਵਿੱਚ ਮੇਰੇ ਬਹੁਤ ਹੀ ਰਿਸਪੈਕਟਡ ਮਨੋਜ ਫਗਵਾੜਵੀ ਜੀ, ਔਰ ਮਾਸਟਰ ਭਜਨ ਸਿੰਘ ਬਿਰਕ ਜੀ, ਭੁਪਿੰਦਰ ਸੱਗੂ ਜੀ ਯੂਕੇ ਤੋਂ, ਹਰਦੇਸ਼ ਬਸਰਾ ਜੀ, ਤੇ ਹੋਰ ਕਈ ਬੜੇ ਨਾਮੀ ਚਿਹਰੇ, ਬੜੇ ਪ੍ਰਸਿੱਧ ਰਾਈਟਰ, ਤੇ ਜਿਨ੍ਹਾਂ ਨੂੰ ਮੈਂ ਰਿਕਾਰਡ ਕੀਤਾ ਜੀ ਹੁਣ ਤੱਕ। ਤੇ ਉਹਨਾਂ ਦੇ ਨਾਲ ਬਹੁਤ ਅੱਛੇ ਸਿੰਗਰਾਂ ਨੂੰ ਮੈਂ ਗਜ਼ਲ ਦੇ ਵਿੱਚ ਰਿਕਾਰਡ ਕੀਤਾ, ਕਿਉਂਕਿ ਜਿਸ ਤਰ੍ਹਾਂ ਹੁਣ ਜੋ ਪੰਜਾਬੀ ਗਜ਼ਲ ਆ ਉਹ ਲਗਭਗ ਅਲੋਪ ਹੁੰਦੀ ਜਾ ਰਹੀ ਹੈ। ਸੋ ਮੇਰੀ ਇੱਕ ਕੋਸ਼ਿਸ਼, ਇੱਕ ਆਪਣੀ ਛੋਟੀ ਜਿਹੀ ਕੋਸ਼ਿਸ਼ ਹੈ, ਜੋ ਬੜਾ ਭਰਵਾਂ ਹੁੰਗਾਰਾ ਮਿਲਿਆ ਮਤਲਬ ਦਰਸ਼ਕਾਂ ਵੱਲੋਂ, ਸਰੋਤਿਆਂ ਵੱਲੋਂ, ਤੋਂ ਜਿਨ੍ਹਾਂ ਦੇ ਵਿੱਚ ਜਸਵੀਰ ਮਾਹੀ ਜੀ ਦੇ ਮੈਂ ਬਹੁਤ ਅੱਛੇ ਕਲਾਮ ਰਿਕਾਰਡ ਕੀਤੇ ਆ, ਤੇ ਔਰ ਸਾਡੇ ਰਜ਼ਾ ਹੁਸੈਨ ਜੀ, ਔਰ ਇੱਕ ਮੇਰੇ ਬਹੁਤ ਹੀ ਰਿਸਪੈਕਟਡ ਹੈ ਜੀ ਜ਼ਾਕਿਰ ਹੁਸੈਨ ਜੀ, ਤੇ ਹੋਰ ਬਹੁਤ ਸਾਰੇ ਮਤਲਬ ਵਧੀਆ ਪੰਜਾਬੀ ਗਜ਼ਲ ਨੂੰ ਜਿਹੜੇ ਗਾਉਣ ਵਾਲੇ ਸਿੰਗਰ ਆ, ਤੇ ਉਹਨਾਂ ਨੂੰ ਮੈਂ ਮਤਲਬ ਰਿਕਾਰਡ ਕੀਤਾ ਤੇ ਪ੍ਰਮੋਟ ਕੀਤਾ ਜੀ। ਬਹਾਰ ਜੀ, ਤੁਸੀਂ ਆਪਣੀ ਕਲਮ ਤੋਂ ਲਿਖੀ ਹੋਈ ਕੋਈ ਗਜ਼ਲ ਸੁਣਾਓ ਸਾਡੇ ਦਰਸ਼ਕਾਂ ਨੂੰ। ਜੀ ਜ਼ਰੂਰ ਜੀ ਜ਼ਰੂਰ। ਸੋ ਤਵੱਜੋ ਚਾਹੂੰਗਾ, ਧਿਆਨ ਦਿਓ ਜੀ, ਕਿ ਜਦੋਂ ਕਦੇ ਵੀੜਾ ਚੁੱਕੀਏ ਸਚਾਈ ਦਾ, ਜਦੋਂ ਕਦੇ ਵੀੜਾ ਚੁੱਕੀਏ ਸਚਾਈ ਦਾ, ਔਕੜਾਂ ਤੋਂ ਫੇਰ ਨਹੀਂ ਘਬਰਾਈਦਾ, ਔਕੜਾਂ ਤੋਂ ਫੇਰ ਨਹੀਂ ਘਬਰਾਈਦਾ। ਅਗਲਾ ਸ਼ੇਰ ਦੇਖਿਓ ਜੀ। ਅਸਮਾਨ ਤੋਂ ਵੀ ਉੱਚੀ ਰੱਖੀਏ ਜੇ ਸੋਚ, ਅਸਮਾਨ ਤੋਂ ਵੀ ਉੱਚੀ ਰੱਖੀਏ ਜੇ ਸੋਚ, ਫਿਰ ਦਿਲ ਨੂੰ ਸ਼ੌਕ ਕਬੂਤਰਾਂ ਦਾ ਨਹੀਂ ਪਾਈਦਾ, ਫਿਰ ਦਿਲ ਨੂੰ ਸ਼ੌਕ ਕਬੂਤਰਾਂ ਦਾ ਨਹੀਂ ਪਾਈਦਾ। ਔਖੇ ਵੇਲੇ ਯਾਰੋ ਕੰਮ ਆਵੇ ਯਾਰ ਜਿਹੜਾ, ਔਖੇ ਵੇਲੇ ਯਾਰੋ
ਕੰਮ ਆਵੇ ਯਾਰ ਜਿਹੜਾ, ਉਹਨੂੰ ਸੌਖੇ ਵੇਲੇ ਨਹੀਂ ਦਿਲ ਤੋਂ ਭੁਲਾਈਦਾ। ਭਾਵੇਂ ਦਿਲ ਫੇਕ ਸੋਹਣਾ ਤੇ ਸੁਨੱਖਾ ਹੋਵੇ ਰੱਜ ਕੇ, ਉਹਦੇ ਵੱਲ ਪਿਆਰ ਵਾਲਾ ਹੱਥ ਨਹੀਂ ਵਧਾਈਦਾ। ਸੋ ਅਗਲੀ ਗੱਲ ਬੜੀ ਪਿਆਰੀ ਹੈ ਜੀ। ਕਦੇ ਚੰਗੇ ਕੰਮ ਉੱਤੇ ਮਾੜੀ ਟਿੱਪਣੀ ਨਹੀਂ ਕੀਤੀ, ਕਦੇ ਚੰਗੇ ਕੰਮ ਉੱਤੇ ਮਾੜੀ ਟਿੱਪਣੀ ਨਹੀਂ ਕੀਤੀ। ਸ਼ੌਕਤ ਦੇ ਕੇ ਹੱਲਾ ਸ਼ੇਰੀ ਸਗੋਂ ਹੌਸਲਾ ਵਧਾਈਦਾ। ਵਾਹ ਜੀ, ਸ਼ੌਕਤ ਹੱਲਾ ਸ਼ੇਰੀ ਦੇ ਕੇ ਹੌਸਲਾ ਵਧਾਈਦਾ। ਵਾਹ ਜੀ, ਬਹੁਤ ਵਧੀਆ ਜੀ। ਸ਼ੌਕਤ ਜੀ, ਸਾਨੂੰ ਤੁਸੀਂ ਅਗਲਾ ਗਜ਼ਲ ਜਾਂ ਗੀਤ ਸਾਨੂੰ ਕੀ ਸੁਣਾਉਣਾ ਚਾਹੋਗੇ? ਸੋ ਅਗਲੀ ਗਜ਼ਲ ਜੀ ਮੇਰੀ ਦੇਖਿਓ ਜੀ ਕਿ ਢਹਿੰਦੀ ਕਲਾ ਚ ਚੜ੍ਹਦੀ ਕਲਾ ਚ ਦੱਸਦੇ ਹਾਂ, ਢਹਿੰਦੀ ਕਲਾ ਚ ਰਹਿੰਦੇ ਚੜ੍ਹਦੀ ਕਲਾ ਚ ਦੱਸਦੇ ਹਾਂ। ਚੜ੍ਹਦੀ ਕਲਾ, ਵਾਹ ਜੀ ਵਾਹ, ਬਹੁਤ ਤੂੰ ਦਿਲ ਦੀ ਗੱਲਾਂ ਕਰ ਚਿਹਰੇ ਤੋਂ ਤਾਂ ਹੱਸਦੇ ਹਾਂ, ਤੂੰ ਦਿਲ ਦੀ ਗੱਲਾਂ ਕਰ ਚਿਹਰੇ ਤੋਂ ਤਾਂ ਹੱਸਦੇ ਹਾਂ। ਸਾਡੇ ਬਾਰੇ ਰੱਖਦਾ ਦਿਲ ਵਿੱਚ ਸਾੜਾ ਜੋ, ਸਾਡੇ ਬਾਰੇ ਦਿਲ ਵਿੱਚ ਰੱਖਦਾ ਸਾੜਾ ਜੋ, ਅਸੀਂ 4 ਬੰਦਿਆਂ ਵਿੱਚ ਵੀ ਉਹਨੂੰ ਆਪਣਾ ਦੱਸਦੇ ਹਾਂ, ਅਸੀਂ 4 ਬੰਦਿਆਂ ਵਿੱਚ ਵੀ ਉਹਨੂੰ ਆਪਣਾ ਦੱਸਦੇ ਹਾਂ। ਹੁਣ ਉਹ ਵੀ ਸਾਡੀਆਂ ਗੱਲਾਂ ਇੱਧਰ ਉੱਧਰ ਕਰਦੇ ਨੇ, ਹੁਣ ਉਹ ਵੀ ਸਾਡੀਆਂ ਗੱਲਾਂ ਇੱਧਰ ਉੱਧਰ ਕਰਦੇ ਨੇ, ਜੋ ਕਹਿੰਦੇ ਸੀ ਅਸੀਂ ਹਰ ਥਾਂ ਤੁਹਾਡੇ ਨਾਲ ਹੀ ਜੱਚਦੇ ਹਾਂ। ਸੋ ਅਗਲੀ ਗੱਲ ਦੇਖੋ ਜੀ ਕਿ ਮੂੰਹ ਦੇ ਮਿੱਠੇ ਨੇ ਰੱਖਦੇ ਦਿਲ ਵਿੱਚ ਖੋਟਾਂ ਜੋ, ਮੂੰਹ ਦੇ ਮਿੱਠੇ ਦਿਲ ਵਿੱਚ ਖੋਟ, ਦਿਲ ਵਿੱਚ ਰੱਖਦੇ ਖੋਟਾਂ ਜੋ, ਬਸ ਸ਼ਾਤਰ ਬੰਦਿਆਂ ਕੋਲੋਂ ਬਚਦੇ ਹਾਂ, ਬਸ ਸ਼ਾਤਰ ਬੰਦਿਆਂ ਕੋਲੋਂ ਬਚਦੇ ਹਾਂ। ਹੁਣ ਢੰਡਵਾੜ ਨੇ ਭੇਦ ਪਾ ਲਿਆ ਲੋਕਾਂ ਦਾ, ਹੁਣ ਢੰਡਵਾੜ ਨੇ ਭੇਦ ਪਾ ਲਿਆ ਲੋਕਾਂ ਦਾ। ਸ਼ੌਕਤ ਅਸੀਂ ਵੀ ਗੱਲਾਂ ਨਾਲ ਤੀਰ ਕਈਆਂ ਤੇ ਕੱਸਦੇ ਹਾਂ, ਸ਼ੌਕਤ ਅਸੀਂ ਵੀ ਗੱਲਾਂ ਨਾਲ ਤੀਰ ਕਈਆਂ ਤੇ ਕੱਸਦੇ ਹਾਂ। ਵਾਹ ਜੀ ਵਾਹ, ਬਹੁਤ ਜੀ। ਦਿਲਬਾਰ ਜੀ, ਤੁਸੀਂ ਬਹੁਤ ਹੀ ਵਧੀਆ ਸਾਨੂੰ ਗਜ਼ਲ ਸੁਣਾਈ। ਤੁਸੀਂ ਪ੍ਰੋਜੈਕਟ ਜਿਹੜੇ ਤੁਹਾਡੇ ਨੇ ਪੰਜਾਬ ਵਿੱਚ, ਇੰਡੀਆ ਵਿੱਚ ਜਾਂ ਕਿਤੇ ਬਾਹਰ ਵੀ ਚੱਲ ਰਹੇ ਤੁਹਾਡੇ ਕੋਈ ਪ੍ਰੋਜੈਕਟ ਇਸ ਤਰ੍ਹਾਂ? ਦੇਖੋ ਜੀ, ਮੈਨੂੰ ਫੋਰਨ ਵਾਸਤੇ ਪ੍ਰਮੋਟ ਕਰ ਰਿਹਾ ਜੀ ਮਨੋਜ ਫਗਵਾੜਵੀ ਜੀ ਕੈਨੇਡਾ ਤੋਂ, ਤੇ ਮੈਨੂੰ ਕੈਨੇਡਾ ਲਈ ਪ੍ਰਮੋਟ ਕਰ ਰਿਹਾ ਜੀ। ਤੇ ਬਾਕੀ ਇਦਾਂ ਕਿ ਮੇਰਾ ਕੰਮ ਚਲੋ ਮਾਲਕ ਦੀ ਕਿਰਪਾ ਨਾਲ ਜਿੰਨਾ ਵੀ ਕਰਦੇ ਆ ਲੋਕਾਂ ਤੱਕ ਪਹੁੰਚਦਾ ਆ, ਤੇ ਉਹ ਵਧੀਆ ਰਿਜ਼ਲਟ ਹੈ ਉਹਦਾ ਜੀ, ਐਪਰੀਸ਼ੀਏਟ ਕਰਦੇ ਆ ਸਾਰੇ। ਬਹੁਤ ਵਧੀਆ ਜੀ। ਦਿਲਬਹਾਰ ਜੀ, ਤੁਸੀਂ ਆਪਣੀ ਅਗਲੀ ਗਜ਼ਲ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ। ਸੋ ਇੱਕ ਗਜ਼ਲ ਤੋਂ ਪਹਿਲਾਂ ਜੀ ਚੰਦ ਸ਼ੇਰ ਜ਼ਰੂਰ। ਕਿ ਬਿਨਾ ਉਤਸ਼ਾਹ ਤਸੱਲੀ ਹੌਸਲੇ ਪਰਬਤਾਂ ਤੇ ਚੜ ਨਹੀਂ ਹੁੰਦਾ, ਬਿਨਾ ਉਤਸ਼ਾਹ ਤਸੱਲੀ ਹੌਸਲੇ ਪਰਬਤਾਂ ਤੇ ਚੜ ਨਹੀਂ ਹੁੰਦਾ। ਸਮਾਂ ਜੋ ਇੱਕ ਵਾਰ ਹੱਥੋਂ ਲੰਘ ਜਾਏ ਸਮਾਂ ਉਹ ਫੜ ਨਹੀਂ ਹੁੰਦਾ, ਸਮਾਂ ਉਹ ਫੜ ਨਹੀਂ ਹੁੰਦਾ। ਪਹਾੜੋਂ ਡਿੱਗ ਕੇ ਸ਼ੌਕਤ ਤੂੰ ਦੁਬਾਰਾ ਖੜਾ ਹੋ ਸਕਦਾ ਹੈ, ਪਹਾੜੋਂ ਡਿੱਗ ਕੇ ਸ਼ੌਕਤ ਤੂੰ ਦੁਬਾਰਾ ਖੜਾ ਹੋ ਸਕਦਾ ਹੈ। ਕਿਸੇ ਦੀ ਨਜ਼ਰ ਚੋਂ ਟਿਕ ਕੇ ਦੁਬਾਰਾ ਖੜ ਨਹੀਂ ਹੁੰਦਾ, ਕਿਸੇ ਦੀ ਨਜ਼ਰ ਚੋਂ ਟਿਕ ਕੇ ਦੁਬਾਰਾ ਖੜ ਨਹੀਂ ਹੁੰਦਾ। ਵਾਹ ਜੀ। ਹਾਂਜੀ, ਸਾਨੂੰ ਗਜ਼ਲ ਸੁਣਾ ਜੀ। ਰਾਖੀਆਂ ਕਰਦੇ ਕਿਉਂ ਹੋ ਦਿਲ ਦੀਆਂ, ਰਾਖੀਆਂ ਕਰਦੇ ਕਿਉਂ ਹੋ ਦਿਲ ਦੀਆਂ, ਦਿਲ ਕਦੋਂ ਮਿਲਦਾ ਹੈ ਅੱਖਾਂ ਮਿਲਦੀਆਂ। ਰਾਖੀਆਂ ਕਰਦੇ ਕਿਉਂ ਹੋ ਦਿਲ ਦੀਆਂ, ਦਿਲ ਕਦੋਂ ਮਿਲਦਾ ਹੈ ਅੱਖਾਂ ਮਿਲਦੀਆਂ। ਮਿਲਦੇ ਨੇ ਹੱਥ ਮਿਲਦੇ ਨੇ ਨੈਣ, ਕਦ ਭਲਾ ਆਪਸ ਚ ਰੂਹਾਂ ਮਿਲਦੀਆਂ, ਕਦ ਭਲਾ ਆਪਸ ਚ ਰੂਹਾਂ ਮਿਲਦੀਆਂ। ਆ ਗਿਆ ਸ਼ੌਕਤ ਪੜੇਗਾ ਹੁਣ ਗਜ਼ਲ, ਆ ਗਿਆ ਸ਼ੌਕਤ ਪੜੇਗਾ ਹੁਣ ਗਜ਼ਲ। ਦੇਖ ਲੈਣਾ ਰੌਣਕਾਂ ਮਹਿਫਲ ਦੀਆਂ, ਦੇਖ ਲੈਣਾ ਰੌਣਕਾਂ ਮਹਿਫਲ ਦੀਆਂ। ਵਾਹ ਜੀ ਵਾਹ, ਬਹੁਤ ਖੂਬ ਜੀ। ਦਿਲਬਹਾਰ ਜੀ, ਤੁਹਾਨੂੰ ਆਪਣੇ ਪਰਿਵਾਰ ਵੱਲੋਂ ਜਾਂ ਘਰ ਵੱਲੋਂ ਜਾਂ ਤੁਹਾਡੀ ਵਾਈਫ ਵੱਲੋਂ ਕਿੰਨੀ ਕੁ ਸਪੋਰਟ ਹੈ? ਦੇਖੋ ਜੀ, ਮੈਨੂੰ ਫੈਮਿਲੀ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਵੱਲੋਂ ਬਹੁਤ ਜ਼ਿਆਦਾ ਸਪੋਰਟ ਹੈ ਜੀ, ਜਿਨ੍ਹਾਂ ਵਿੱਚੋਂ ਮੇਰੇ ਵੱਡੇ ਦੀਦੀ ਆ ਜੀ, ਤੇ ਮੇਰੇ ਜੀਜਾ ਜੀ, ਤੇ ਮੇਰੇ ਭਾਈ ਜੀ, ਮੇਰੇ ਮਿਸਿਸ ਜੀ, ਮੇਰੇ ਮੰਮੀ ਹੋਣੀ, ਤੇ ਮੇਰੇ ਕੰਮ ਵਿੱਚ ਬਹੁਤ ਹੱਲਾਸ਼ੇਰੀ ਹੈ ਜੀ। ਤੁਹਾਡੀ ਸਿਸਟਰ, ਤੁਹਾਡੀ ਵਾਈਫ, ਉਹ ਵੀ ਕੁਝ ਲਿਖਦੇ ਨੇ? ਨਹੀਂ ਜੀ, ਮਤਲਬ ਉਹ ਤਾਂ ਜੀ ਵੈਸੇ ਤੁਹਾਡੀ ਹੈਲਪ ਪੂਰੀ ਹੈ, ਉਹਨਾਂ ਦੀ ਸਪੋਰਟ ਪੂਰੀ ਹੈ ਉਹਨਾਂ ਦੀ। ਦਿਲਬਹਾਰ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਗਜ਼ਲ ਹੋਰ ਸੁਣਾਓ ਜੀ। ਇਰਸ਼ਾਦ। ਹਰ ਝੂਠ ਦਾ ਪਰਦਾ ਇੱਕ ਦਿਨ ਫਾਸ਼ ਹੁੰਦਾ ਹੈ, ਹਰ ਝੂਠ ਦਾ ਪਰਦਾ ਇੱਕ ਦਿਨ ਫਾਸ਼ ਹੁੰਦਾ ਹੈ। ਇਨਸਾਨ ਉਹੀ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ, ਇਨਸਾਨ ਉਹੀ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ। ਹੌਸਲੇ ਵਾਲੇ ਲੱਭ ਲੈਂਦੇ ਨੇ ਰਸਤੇ ਸਦਾ ਹੀ ਜਿੱਤਣ ਦੇ,
ਹੌਸਲੇ ਵਾਲੇ ਰਸਤੇ ਲੱਭ ਲੈਂਦੇ ਨੇ ਸਦਾ ਹੀ ਜਿੱਤਣ ਦੇ। ਬੁਜ਼ਦਿਲ ਆਦਮੀ ਜ਼ਿੰਦਗੀ ਤੋਂ ਸਦਾ ਨਿਰਾਸ਼ ਹੁੰਦਾ ਹੈ। ਵੱਡਿਆਂ ਬਜ਼ੁਰਗਾਂ ਨੂੰ ਰੱਖਦੇ ਜੋ ਚੇਤਿਆਂ ਵਿੱਚ, ਵੱਡਿਆਂ ਬਜ਼ੁਰਗਾਂ ਨੂੰ ਜੋ ਰੱਖਦੇ ਚੇਤਿਆਂ ਵਿੱਚ, ਉਸ ਕੌਮ ਦਾ ਕਦੇ ਨਹੀਂ ਵਿਨਾਸ਼ ਹੁੰਦਾ ਹੈ। ਕੀ ਭੇਦ ਗੈਰਾਂ ਨੂੰ ਤੁਹਾਡੀਆਂ ਕਮਜ਼ੋਰੀਆਂ ਦਾ। ਬੜੀ ਪਾਇਦਾਰ ਗੱਲ ਹੈ ਜੀ। ਕੀ ਭੇਦ ਗੈਰਾਂ ਨੂੰ ਤੁਹਾਡੀਆਂ ਕਮਜ਼ੋਰੀਆਂ ਦਾ। ਜੜਾ ਵੱਢਣ ਵਾਲਾ ਆਪਣਾ ਹੀ ਕੋਈ ਖਾਸ ਹੁੰਦਾ ਹੈ। ਜੜਾ ਵੱਢਣ ਵਾਲਾ ਆਪਣਾ ਹੀ ਕੋਈ ਖਾਸ ਹੁੰਦਾ ਹੈ। ਰਾਹ ਚੋਂ ਪਿਆ ਪੱਥਰ ਰਾਹ ਦਾ ਰੋੜਾ ਲੱਗਦਾ ਸ਼ੌਕਤ। ਰਾਹ ਚੋਂ ਪਿਆ ਪੱਥਰ ਰਾਹ ਦਾ ਰੋੜਾ ਲੱਗਦਾ ਸ਼ੌਕਤ। ਉਦੋਂ ਭਗਵਾਨ ਬਣ ਜਾਏ ਜਦੋਂ ਪੱਥਰ ਤਰਾਸ਼ ਹੁੰਦਾ ਹੈ। ਉਦੋਂ ਭਗਵਾਨ ਬਣ ਜਾਏ ਜਦੋਂ ਤਰਾਸ਼ ਹੁੰਦਾ ਹੈ। ਜਿਸ ਤਰ੍ਹਾਂ ਤੁਹਾਡੇ ਫਾਦਰ ਸਾਹਿਬ ਜੀ ਸ਼ੌਕਤ ਜੀ ਹੈਗੇ ਨੇ, ਉਹ ਗਜ਼ਲਾਂ ਲਿਖਦੇ ਨੇ ਜੀ, ਤੋ ਉਹਨਾਂ ਦੀ ਕੋਈ ਗਜ਼ਲ ਸਾਨੂੰ ਸੁਣਾ ਸਕਦੇ ਹੋ ਜਰੂਰ? ਸੋ ਮੇਰੇ ਫਾਦਰ ਸਾਹਿਬ ਦੀ ਇੱਕ ਗਜ਼ਲ ਜੋ ਦਰਸ਼ਕਾਂ ਵੱਲੋਂ ਸਰੋਤਿਆਂ ਵੱਲੋਂ ਅਥਾਹ ਪਿਆਰ ਮਿਲਿਆ। ਹਾਂਜੀ। ਸੋ ਭਾਵੇਂ ਮੇਰੇ ਫਾਦਰ ਸਾਹਿਬ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ, ਪਰ ਉਹਨਾਂ ਦੀਆਂ ਰਚਨਾਵਾਂ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੀਆਂ। ਸੋ ਉਹਨਾਂ ਦੇ ਵਿੱਚੋਂ ਇੱਕ ਰਚਨਾ ਜੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ। ਹਾਂਜੀ ਜਰੂਰ ਜੀ। ਕਹਿੰਦੇ ਕਿ ਕਿਸ ਸਾਦਗੀ ਨਾਲ ਦੇਖੋ ਉਛਲ ਰਹੇ ਨੇ, ਕਿਸ ਸਾਦਗੀ ਦੇ ਨਾਲ ਦੇਖੋ ਉਛਲ ਰਹੇ ਨੇ, ਕਿਤੇ ਹੋਰ ਜਾ ਰਹੇ ਨੇ, ਮੇਰੇ ਨਾਲ ਚੱਲ ਰਹੇ ਨੇ। ਸੋ ਧਿਆਨ ਦਿਓ ਜੀ ਕਿ ਅਜੀਬ ਦਿਲਕਸ਼ੀ ਹੈ ਅੱਜਕੱਲ ਮਾਹੌਲ ਅੰਦਰ। ਅਜੀਬ ਦਿਲਕਸ਼ੀ ਹੈ ਅੱਜਕੱਲ ਮਾਹੌਲ ਅੰਦਰ। ਨੇਰੀ ਵੀ ਚੱਲ ਰਹੀ ਹੈ, ਦੀਵੇ ਵੀ ਬਲ ਰਹੇ। ਵਾਹ ਜੀ ਵਾਹ, ਦੀਵੇ ਵੀ ਬਲ ਰਹੇ ਨੇ। ਅਗਲਾ ਸ਼ੇਰ ਸੀ ਕਿ ਸੁਖ ਸਾਂਦ ਪੁੱਛਦੇ ਹਾਂ ਇੱਕ ਦੂਏ ਦੀ ਇਸ ਤਰ੍ਹਾਂ ਹੁਣ। ਸੁਖ ਸਾਂਦ ਪੁੱਛਦੇ ਹਾਂ ਇੱਕ ਦੂਏ ਦੀ ਇਸ ਤਰ੍ਹਾਂ ਹੁਣ। ਹਾਲਾਤ ਕਿਸ ਤਰ੍ਹਾਂ ਤੇਰੇ ਸ਼ਹਿਰ ਚੱਲ ਰਹੇ ਨੇ, ਹਾਲਾਤ ਕਿਸ ਤਰ੍ਹਾਂ ਤੇਰੇ ਸ਼ਹਿਰ ਚੱਲ ਰਹੇ ਨੇ। ਵਾਹ ਜੀ ਵਾਹ, ਬਹੁਤ ਕੁਝ ਜੀ। ਇੱਕ ਇਹਦਾ ਮਕਤਾ ਸੀ। ਉਸ ਤੋਂ ਪਹਿਲਾਂ ਇੱਕ ਸ਼ੇਰ। ਤੱਕ ਕਾਮਯਾਬੀ ਮੇਰੀ ਜੋ ਦਿੰਦੇ ਮੁਬਾਰਕਾਂ ਨੇ, ਤੱਕ ਕਾਮਯਾਬੀ ਮੇਰੀ ਜੋ ਦਿੰਦੇ ਮੁਬਾਰਕਾਂ ਨੇ। ਬਾਹਰੋਂ ਤਾਂ ਖੁਸ਼ ਬੜੇ ਨੇ, ਅੰਦਰੋਂ ਕੇ ਜਲ ਰਹੇ ਨੇ। ਬਾਹਰੋਂ ਕੇ ਖੁਸ਼ ਬੜੇ ਨੇ, ਅੰਦਰੋਂ ਕੇ ਜਲ ਰਹੇ ਨੇ। ਸ਼ਾਇਦ ਸਜ਼ਾ ਕੋਈ ਬਾਕੀ ਅਜੇ ਹੋਰ ਰਹਿ ਗਈ ਹੈ। ਸ਼ਾਇਦ ਸਜ਼ਾ ਕੋਈ ਬਾਕੀ ਅਜੇ ਹੋਰ ਰਹਿ ਗਈ ਹੈ। ਜੋ ਹੁਣ ਫੇਰ ਦੋਸਤੀ ਦਾ ਪੈਗਾਮ ਕਰ ਰਹੇ ਨੇ, ਜੋ ਹੁਣ ਫੇਰ ਦੋਸਤੀ ਦਾ ਪੈਗਾਮ ਕਰ ਰਹੇ ਨੇ। ਵਾਹ ਜੀ ਵਾਹ, ਬਹੁਤ ਖੂਬ ਜੀ, ਬਹੁਤ ਖੂਬ ਜੀ, ਬਹੁਤ ਵਧੀਆ। ਤੁਸੀਂ ਕੋਈ ਇਹੋ ਜਿਹੇ ਦਿਨ ਹੈਗਾ ਤੁਹਾਡੀ ਲਾਈਫ ਵਿੱਚ ਜਿਹਨੂੰ ਤੁਸੀਂ ਇੰਪੋਰਟੈਂਟ ਸਮਝਦੇ ਹੋਗੇ ਤੇ ਨਾਲੇ ਫਿਰ ਕਦੀ ਭੁੱਲਦਾ ਵੀ ਨਹੀਂ ਤੁਹਾਡੇ ਲਈ? ਮੇਰੇ ਲਈ ਬੜਾ ਇੱਕ ਅਚੀਵਮੈਂਟ ਮਤਲਬ ਅਵਾਰਡ ਵਾਂਗੂ ਆ ਜੀ। ਜਿਸ ਦਿਨ ਮੇਰੇ ਮਤਲਬ ਬੇਟੇ ਦਾ ਜਨਮ ਹੋਇਆ ਜੀ, ਅਲੀਸ਼ਾਨ ਸ਼ੌਕਤ, 12 ਫਰਵਰੀ ਨੂੰ, ਮਤਲਬ ਥੋੜਾ ਹੀ ਟਾਈਮ ਹੋਇਆ ਜੀ। ਮੁਬਾਰਕਾਂ ਜੀ ਤੁਹਾਨੂੰ। ਥੈਂਕ ਯੂ ਬਹੁਤ ਬਹੁਤ ਜੀ, ਥੈਂਕ ਯੂ। ਹਾਂਜੀ, ਬੇਟੇ ਦਾ ਕੀ ਨਾਮ ਰੱਖਿਆ ਤੁਸੀਂ? ਅਲੀਸ਼ਾਨ ਸ਼ੌਕਤ। ਅਲੀਸ਼ਾਨ ਸ਼ੌਕਤ ਜੀ। ਜੀ ਸ਼ੌਕਤ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਸੁਨੇਹਾ ਦੇਣਾ ਚਾਹੋਗੇ? ਦੇਖੋ ਜੀ, ਸੁਨੇਹਾ ਦੇਣ ਜੋਗਾ ਤਾਂ ਹਲੇ ਹੋਏ ਨਹੀਂ ਜੀ। ਤੇ ਬਾਕੀ ਇਹਦਾ ਕਿ ਸਾਰਿਆਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਆ ਵੀ ਤੁਸੀਂ ਚੰਗਾ ਸੁਣੋ ਤੇ ਚੰਗਾ ਗਾਓ ਤੇ ਚੰਗਾ ਪ੍ਰਮੋਟ ਕਰੋ। ਇਹੋ ਜਿਹਾ ਲਿਖੋ ਜਾਂ ਇਹੋ ਜਿਹਾ ਸੁਣੋ ਵੀ ਜੋ ਆਪਾਂ ਇੱਕ ਆਪਣੀਆਂ ਫੈਮਲੀਆਂ ਦੇ ਵਿੱਚ ਬੈਠ ਕੇ ਉਹਨਾਂ ਨੂੰ ਸੁਣ ਸਕਦੇ ਆ ਤੇ ਦੇਖ ਸਕਦੇ ਆ। ਕੁਛ ਏਦਾਂ ਦਾ ਲਿਖੋ। ਸ਼ੌਕਤ ਜੀ, ਤੁਸੀਂ ਕਿਸ ਤਰ੍ਹਾਂ ਲਿਖਣਾ ਸ਼ੁਰੂ ਕੀਤਾ? ਤੁਹਾਨੂੰ ਲਿਖਣ ਦਾ ਸ਼ੌਕ ਕਿਵੇਂ ਪੈਦਾ ਹੋਇਆ? ਦੇਖੋ ਜੀ, ਜਿਹੜਾ ਲਿਖਣੀ ਵਾਲਾ ਆ ਕਿ ਇਦਾਂ ਕਹਦੇ ਇਹਦੇ ਵਿੱਚ ਵੀ ਕੋਈ ਅਤਕਤ ਨਹੀਂ ਵੀ ਜਿਹੜੀ ਸ਼ਾਇਰੀ ਆ ਜੀ ਉਹ ਮੇਰੇ ਬਲੱਡ 'ਚ ਹੀ ਆ। ਕਿਉਂਕਿ ਮੇਰੇ ਫਾਦਰ ਸਾਹਿਬ ਬਹੁਤ ਬੜੇ ਉਮਦਾ ਸ਼ਾਇਰ ਹੋਏ ਜੀ। ਤੇ ਇਹਦਾ ਕੀ ਸ਼ਾਇਰਾਂ ਦਾ ਘਰੇ ਆਉਣਾ ਜਾਣਾ, ਕਲਾਕਾਰਾਂ ਦਾ ਘਰੇ ਆਉਣਾ ਜਾਣਾ। ਸੋ ਮਨ ਦੇ ਵਿੱਚ ਇਹੀ ਕਲਿੱਕ ਵੱਜਦੀ ਸੀ ਵੀ ਬਸ ਯਾਰ ਵੀ ਕੁਛ ਆਪਾਂ ਵੀ ਕੁਛ ਏਦਾਂ ਦਾ ਫਾਦਰ ਸਾਹਿਬ ਵਾਂਗੂ ਕੁਛ ਵਧੀਆ ਕਰੇ। ਅੱਛਾ ਜੀ, ਤੁਸੀਂ ਉਹਨਾਂ ਤੋਂ ਹੀ ਮਤਲਬ ਜੀ ਉਹਨਾਂ ਤੋਂ ਪ੍ਰੇਰਣਾ ਲਈ ਹੈ। ਪ੍ਰੇਰਣਾ ਲਈ ਹੈ, ਠੀਕ ਹੈ ਜੀ। ਤੁਹਾਡੇ ਗੀਤਾਂ ਦੇ ਵਿੱਚ ਜੀ ਕਿਹੜਾ ਵਿਸ਼ਾ ਰੱਖਦੇ ਹੋ ਤੁਸੀਂ ਮੁੱਖ ਜ਼ਿਆਦਾਤਰ? ਦੇਖੋ ਜੀ, ਮੇਰੇ ਗੀਤਾਂ ਵਿੱਚ ਹਰ ਵਿਸ਼ੇ ਪਹਿਲ ਦੇ ਆਧਾਰ ਤੇ ਹੋਏ ਆ। ਜੇ ਕਹਿ ਦਈਏ ਵੀ ਆਪਾਂ ਰਵਿਦਾਸ ਮਹਾਰਾਜ ਦਾ, ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ, ਜਾਂ ਭਰੂਣ ਹੱਤਿਆ ਬਾਰੇ ਆ, ਜਾਂ ਮਤਲਬ ਪੰਜਾਬੀ ਸੱਭਿਆਚਾਰ ਬਾਰੇ ਆ, ਤੁਸੀਂ ਕਿਸੇ ਵੀ ਮਤਲਬ ਮੇਰਾ ਕੋਈ ਵੀ ਟਰੈਕ ਸੁਣ ਸਕਦੇ ਆ ਤੇ ਉਹਦੇ ਵਿੱਚ ਤੁਹਾਨੂੰ ਹਰ ਟੇਸਟ, ਹਰ ਰੰਗ ਮਿਲਦਾ ਹੈ। ਅੱਛਾ ਜੀ, ਤੁਹਾਡੇ ਆਉਣ ਵਾਲੇ ਕੋਈ ਗੀਤ ਜਿਹਦੇ ਬਾਰੇ ਤੁਸੀਂ ਦਰਸ਼ਕਾਂ ਨਾਲ ਗੱਲ ਸਾਂਝੀ ਕਰਨਾ ਚਾਹੁੰਦੇ ਹੋ? ਦੇਖੋ ਜੀ, ਮੇਰੇ ਆਉਣ ਵਾਲੇ ਕਾਫੀ ਪ੍ਰੋਜੈਕਟ ਆ ਜੀ, ਤੇ ਜਿਨ੍ਹਾਂ ਵਿੱਚ ਜਸਵੀਰ ਮਾਹੀ ਜੀ ਦਾ ਆ, ਔਰ ਮਨਮੀਤ ਮੇਵੀ ਦਾ ਆ ਜੀ, ਔਰ ਧਰਮਿੰਦਰ ਮਸਾਣੀ ਆ, ਤੇ ਸਿਕੰਦਰ ਬਾਦਸ਼ਾਹ ਜੀ, ਤੇ ਹੋਰ ਬਹੁਤ ਸਾਰੇ ਕਲਾਕਾਰ ਆ ਜੀ। ਦਰਸ਼ਕਾਂ ਨੇ ਦਿਲਬਹਾਰ ਜੀ ਦੀ
ਗਜ਼ਲਾਂ ਦਾ ਬਹੁਤ ਹੀ ਆਨੰਦ ਮਾਣਿਆ ਹੋਵੇਗਾ। ਦਿਲਬਹਾਰ ਜੀ, ਤੁਹਾਡਾ ਸਾਡੇ ਸਟੂਡੀਓ ਉਡੀਕਾ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਤੁਹਾਡਾ ਵੀ ਜੀ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਉਡੀਕਾ ਪ੍ਰੋਗਰਾਮ ਦੇ ਵਿੱਚ ਨਵੇਂ ਚਿਹਰੇ ਦੇ ਨਾਲ ਫਿਰ ਮਿਲਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ। ਉਡੀਕਾਂ